ਸਾਹਿਬ ਉਹਨਾਂ ਨੇ ਕਿਹਾ ਕਿ ਜਿਹੜੇ ਇੱਥੇ ਪੁਲਿਸ ਅਫਸਰ ਲਾਏ ਆ ਉਹ ਕਿਸੇ ਕੰਮ ਦੇ ਹੀ ਨਹੀਂ, ਉਹ ਲਾਅ ਐਂਡ ਆਰਡਰ ਨੂੰ ਸੰਭਾਲ ਹੀ ਨਹੀਂ ਸਕਦੇ। ਤੁਹਾਡੀ ਪਾਰਟੀ ਦੇ ਔਰ ਕੁੰਵਰ ਵਿਜੇ ਪ੍ਰਤਾਪ ਜਿਹੜੇ ਖੁਦ ਵੱਡੇ ਅਫਸਰ ਰਹੇ ਆ, ਲਾਅ ਐਂਡ ਆਰਡਰ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਆ, ਉਹੀ ਸਵਾਲ ਚੱਕ ਰਹੇ ਨੇ। ਨਹੀਂ, ਮੈਂ ਕੁੰਵਰ ਜੀ ਦੀ ਸਟੇਟਮੈਂਟ ਤੇ ਕੋਈ ਰਿਐਕਸ਼ਨ ਨਹੀਂ ਦੇਣਾ ਚਾਹੂੰਗਾ, ਲੇਕਿਨ ਸਾਡੇ ਜਿਹੜੇ ਇਸ ਟਾਈਮ ਡਾਇਰੈਕਟਰ ਜਨਰਲ ਆਫ ਪੁਲਿਸ ਹੈ ਪੰਜਾਬ ਦੇ ਮੁਖੀਆ ਹੈ, ਬਹੁਤ ਹੀ ਕੰਪੀਟੈਂਟ ਅਫਸਰ ਹੈ ਔਰ ਪੰਜਾਬ ਪੁਲਿਸ ਦੇ ਸਾਰੇ ਹੀ ਨਹੀਂ, ਉਹਨਾਂ ਨੇ ਅੰਮ੍ਰਿਤਸਰ ਪੁਲਿਸ ਦੇ ਅਫਸਰਾਂ ਤੇ ਸਵਾਲ ਚੱਕਿਆ, ਡੀਜੀਪੀ ਤੇ ਨਹੀਂ ਚੱਕਿਆ। ਨਹੀਂ, ਦੇਖੋ ਮੇਰੀ ਵਿਜੇ ਜੀ, ਮੈਂ ਕਹਿੰਦਾ ਵੀ ਜੇ ਤੇ ਕਿਸੇ ਦੀ ਕੋਤਾਹੀ ਹੋਊਗੀ, ਇੰਟੈਂਸ਼ਨਲੀ ਹੋਊਗੀ, ਤੇ ਫਿਰ ਤੇ ਮਾਨ ਸਾਹਿਬ ਨੇ ਵੀ ਨਹੀਂ ਬਖਸ਼ਣਾ। ਲੇਕਿਨ ਮੈਂ ਉਸ ਐਂਗਲ ਨਾਲ ਨਹੀਂ ਦੇਖ ਰਿਹਾ ਸੀ, ਕਿਉਂਕਿ ਇਹ ਮਸਲਾ ਉੱਥੇ ਕੋਈ ਮੰਦਰ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਦਾ ਸੀਗਾ, ਜਿੱਥੇ ਇਹ ਗੋਲੀ ਚੱਲੀ ਹੈ ਔਰ ਜਿੱਥੇ ਸ਼ਿਵ ਸੈਨਾ ਦੇ ਲੀਡਰ ਨੂੰ ਗੋਲੀ ਵੱਜੀ ਆ ਔਰ ਜਿਹੜੇ ਬੰਦੇ ਨੇ ਮਾਰੀ ਆ ਉਹ ਵੀ ਅਰੈਸਟ ਕਰ ਲਿਆ ਗਿਆ ਹੈ। ਤੇ ਮੈਂ ਹਜੇ ਤੇ ਸਿਰਫ ਇੰਨਾ ਹੀ ਕਹਿ ਸਕਦਾ ਹਾਂ, ਕੁੰਵਰ ਜੀ ਨੇ ਕੀ ਕਿਹਾ ਮੈਂ ਉਹਦੇ ਤੇ ਕੋਈ ਅੱਛਾ। ਪਿਛਲੇ ਦਿਨਾਂ ਚ ਕੰਗ ਸਾਹਿਬ ਕੁਝ ਜਿਹੜੀਆਂ ਪੁਲਿਸ ਸੋਰਸਿਸ ਤੋਂ ਇਹ ਖਬਰਾਂ ਸੀਗੀਆਂ, ਜਿਹੜੇ ਗੈਂਗਸਟਰ ਫੜੇ ਗਏ, ਉਹਨਾਂ ਤੋਂ ਜਦੋਂ ਉਹਨਾਂ ਨੂੰ ਇੰਟਰੋਗੇਟ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਨੇ ਕੁਝ ਐਸੇ ਖੁਲਾਸੇ ਕੀਤੇ। ਉਹਨਾਂ ਨੇ ਕਿਹਾ ਕਿ ਹਿੰਦੂ ਲੀਡਰ ਟਾਰਗੇਟ ਤੇ ਨੇ। ਈਵਨ ਸੁਧੀਰ ਸੂਰੀ ਦਾ ਨਾਮ ਵੀ ਉਸ ਪੁੱਛਗਿੱਛ ਦੇ ਵਿੱਚ ਸਾਹਮਣੇ ਆਇਆ। ਸੋ ਇਹਨਾਂ ਗਤੀਵਿਧੀਆਂ ਨੂੰ ਲੈ ਕੇ, ਔਰ ਮੈਂ ਇੱਕ ਸੈਕਿੰਡ, ਮੈਂ ਕਿਸੇ ਇੱਕ ਪਾਸੇ ਦੀ ਗੱਲ ਨਹੀਂ ਕਰਦਾ, ਸੁਧੀਰ ਸੂਰੀ ਦਾ ਨਾਮ ਵੀ ਵਿਵਾਦਾਂ ਦੇ ਵਿੱਚ ਰਿਹਾ ਹੈ। ਸੁਧੀਰ ਸੂਰੀ ਨੇ ਵੀ ਜੋ ਸਟੇਟਮੈਂਟਸ ਦਿੱਤੀਆਂ ਉਹ ਚੀਜ਼ ਵੀ ਵੱਡੇ ਵਿਵਾਦ ਬਣੇ ਔਰ ਮਾਮਲਾ ਕੋਰਟ ਕਚਹਿਰੀਆਂ ਤੱਕ ਗਿਆ, ਸੁਧੀਰ ਸੂਰੀ ਨੂੰ ਜੇਲ੍ਹ ਤੱਕ ਜਾਣਾ ਪਿਆ। ਸੋ ਤੁਸੀਂ ਨਹੀਂ ਲੱਗਦਾ ਵੀ ਤੁਹਾਨੂੰ ਨਹੀਂ ਲੱਗਦਾ ਵੀ ਪਿਛਲੇ ਸਮੇਂ 'ਚ ਇੱਕ ਗੰਭੀਰ ਰੂਪ ਅਖਤਿਆਰ ਕਰ ਗਈ ਸੀ ਇਹ ਜਿਹੜਾ ਕਲੈਸ਼ ਸੀ? ਬੇਸ਼ੱਕ ਅੱਜ ਜਿਵੇਂ ਤੁਸੀਂ ਕਹਿ ਰਹੇ ਹੋ ਜਾਂ ਜੋ ਜਾਣਕਾਰੀ ਆ ਰਹੀ ਹੈ ਵੀ ਦੋ ਧਿਰਾਂ ਦੀ ਆਪਸੀ ਲੜਾਈ ਸੀ, ਪਰ ਕਿਤੇ ਨਾ ਕਿਤੇ ਅੱਗ ਸੁਲਗਣੀ ਸ਼ੁਰੂ ਹੋ ਗਈ ਸੀ, ਮੰਨਦੇ ਹੋ? ਦੇਖੋ, ਜਿੱਥੋਂ ਤੱਕ ਗੈਂਗਸਟਰ ਦੀ ਗੱਲ ਹੈ, ਇਹਦੇ 'ਚ ਤੇ ਕੋਈ ਮੁਨਕਰ ਨਹੀਂ ਹੋ ਸਕਦਾ ਹੈ ਵੀ ਪਿਛਲੇ 15-20 ਸਾਲ 'ਚ ਪੰਜਾਬ 'ਚ ਪੂਰਾ ਉਹਨੂੰ ਪੁਸ਼ਤ ਪਨਾਹੀ ਦੇ ਕੇ ਵਧਾਇਆ ਗਿਆ ਹੈ। ਨੌਜਵਾਨਾਂ ਦੇ ਹੱਥਾਂ 'ਚ ਅਸਲਾ ਫੜਾਇਆ ਗਿਆ, ਗਲਤ ਕੰਮਾਂ ਤੇ ਲਗਾਮ ਲਾਉਣ ਦੀ ਬਜਾਏ ਉਹਨਾਂ ਨੂੰ ਪੈਟਰੋਨੇਜ ਕਰਕੇ ਹਾਲਾਸ਼ੇਰੀ ਦੇ ਕੇ, ਔਰ ਇਹ ਪੂਰਾ ਇੱਕ ਪੰਜਾਬ 'ਚ ਵੱਡੇ ਸਤਰ ਤੇ ਇਸ ਚੀਜ਼ ਨੂੰ ਮਤਲਬ ਜਿਵੇਂ ਕਹਿ ਲਓ ਵੀ ਜਵਾਨੀ ਦਾ ਮਿਸਯੂਜ਼ ਕੀਤਾ ਗਿਆ। ਔਰ ਕੋਈ ਦੋ ਰਾਏ ਨਹੀਂ, ਮਾਨ ਸਾਹਿਬ ਦੀ ਸਰਕਾਰ ਤੇ ਜਿਸ ਦਿਨ ਤੋਂ ਆਈ ਹੈ ਅਸੀਂ ਉਹੀ ਆਰਗੇਨਾਈਜ਼ ਕ੍ਰਾਈਮ ਤੇ ਕੰਟਰੋਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਅਰੈਸਟ ਵੀ ਕਰ ਰਹੇ ਹਾਂ, ਰਿਮਾਂਡ ਵੀ ਲੈ ਰਹੇ, ਇਨਕਾਊਂਟਰ ਵੀ ਕਰ ਰਹੇ ਹਾਂ, ਔਰ ਜੋ ਵੀ ਹੀਲਾ ਵਸੀਲਾ ਇੱਕ ਰੂਲ ਆਫ ਲਾਅ ਦੇ ਹਿਸਾਬ ਨਾਲ ਹੋ ਸਕਦਾ ਹੈ ਉਹ ਮਾਨ ਸਾਹਿਬ ਦੀ ਸਰਕਾਰ ਉੱਤੇ ਲੱਗੀ ਹੋਈ ਔਰ ਅਸੀਂ ਕਾਫੀ ਹੱਦ ਤੱਕ ਇਹਤੇ ਕਾਬੂ ਵੀ ਪਾਇਆ, ਮੈਂ ਤੈਨੂੰ ਕਹਾਂ। ਲੇਕਿਨ ਹਜੇ ਮੈਂ ਕਹਿੰਦਾ ਵੀ ਇਹ ਜਿਹੜਾ ਇਨਸੀਡੈਂਟ ਹੋਇਆ ਇਹਨੂੰ ਉਸ ਐਂਗਲ ਨਾਲ ਜੋੜਨਾ ਤੇ ਮੈਨੂੰ ਲੱਗਦਾ ਜਲਦਬਾਜ਼ੀ ਹੋਊਗੀ। ਜੋ ਇਹ ਗੋਲੀ ਚਲਾਈ ਆ, ਜਿਸ ਬੰਦੇ ਨੇ ਚਲਾਈ ਆ ਉਹਨੂੰ ਫੜ ਲਿਆ ਗਿਆ ਹੈ ਔਰ ਪੂਰੀ ਸਥਿਤੀ ਨੂੰ ਪੁਲਿਸ ਨੇ ਈਵਨ ਆਪ ਵੀ ਉੱਥੇ ਮੀਡੀਆ ਨੂੰ ਬਰੀਫ ਕੀਤਾ ਹੈ, ਤਾਂ ਡੈਫੀਨਿਟਲੀ ਕੰਟਰੋਲ 'ਚ ਹੈ। ਲਾਅ ਐਂਡ ਆਰਡਰ ਨੂੰ ਮਾਨ ਸਾਹਿਬ ਦੀ ਸਰਕਾਰ ਕਿਸੇ ਤਰ੍ਹਾਂ ਵੀ ਮਤਲਬ ਖਰਾਬ ਨਹੀਂ ਹੋਣ ਦਊਗੀ, ਕਿਸੇ ਨੂੰ ਵੀ ਲਾਅ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਔਰ ਇਹ ਦੋਨੇ ਪਾਸਿਓਂ ਹੀ ਹੁੰਦਾ ਹੈ ਕੰਗ ਸਾਹਿਬ, ਆਪਾਂ ਕਿਸੇ ਇੱਕ ਧਿਰ ਨੂੰ ਨਹੀਂ ਇਹ ਕਹਿ ਸਕਦੇ। ਚਾਹੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹਿੰਦੂ ਲੀਡਰ ਨੇ, ਸ਼ਿਵ ਸੈਨਾ ਦੇ ਲੀਡਰ ਨੇ, ਉਹਨਾਂ ਦੀਆਂ ਸਟੇਟਮੈਂਟਾਂ ਦਾ ਜ਼ਿਕਰ ਹੋਵੇ, ਚਾਹੇ ਅੰਮ੍ਰਿਤਪਾਲ ਦੀਆਂ ਸਟੇਟਮੈਂਟਸ ਦਾ ਜ਼ਿਕਰ ਹੋਵੇ, ਕਿਤੇ ਨਾ ਕਿਤੇ ਇਸ ਚੀਜ਼ ਦਾ ਖਦਸ਼ਾ ਜਿਹੜਾ ਹੈ ਉਹ ਕਾਫੀ ਸਮੇਂ ਤੋਂ ਜ਼ਾਹਿਰ ਕੀਤਾ ਜਾਂਦਾ ਰਿਹਾ ਹੈ ਪਿਛਲੇ ਸਮੇਂ ਦੇ ਵਿੱਚ ਵੀ ਕਿ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ, ਇਹ ਮਾਹੌਲ ਖਰਾਬ ਹੋ ਸਕਦਾ ਹੈ। ਹਾਲਾਂਕਿ ਆਪਾਂ ਤਾਂ ਨਿੱਜੀ ਤੌਰ ਤੇ ਇਹ ਵੀ ਗੱਲ ਜਾਣਦੇ ਆ, ਜਿੰਨੀ ਕਿ ਮੇਰੀ ਉਮਰ ਹੈ ਜਾਂ ਜਿੰਨੀ ਕਿ ਤੁਹਾਡੀ ਉਮਰ ਹੈ, ਆਪਾਂ ਲਗਭਗ ਹਮ ਉਮਰ ਹੈ, ਜਿਨ੍ਹਾਂ ਨੇ 80 ਤੋਂ 90 ਦਾ ਦਹਾਕਾ ਨਹੀਂ ਦੇਖਿਆ ਜਾਂ ਉਹ ਦੌਰ ਨਹੀਂ ਦੇਖਿਆ, ਜਿਨ੍ਹਾਂ ਨੂੰ ਉਹ ਨਹੀਂ ਪਤਾ, ਜਿਨ੍ਹਾਂ ਨੇ ਉਹ ਦੌਰ ਦੇਖਿਆ ਹੈ, ਖੈਰ ਉਸ ਵੇਲੇ ਵੀ ਆਪਣੀ ਉਮਰ ਤੇ ਇੰਨੀ ਜ਼ਿਆਦਾ ਨਹੀਂ ਸੀ, ਪਰ ਜਿਹੜੇ ਸੀਨੀਅਰ ਜਰਨਲਿਸਟ ਨੇ ਜਾਂ ਹੋਰ ਜਿਹੜੇ ਲੋਕ ਨੇ ਜਿਨ੍ਹਾਂ ਨੇ ਉਹ ਦੌਰ ਦੇਖਿਆ ਹੈ, ਉਹ ਅੱਜ ਦੀਆਂ ਐਸੀਆਂ ਭੜਕਾਊ ਬਿਆਨਬਾਜ਼ੀਆਂ ਨੂੰ ਇੱਕ ਵੱਖਰੇ ਨਜ਼ਰੀਏ ਨਾਲ ਦੇਖਦੇ ਨੇ। ਦੇਖੋ, ਮੈਂ ਇਹਨਾਂ ਕਹਿ ਸਕਦਾ ਬਰਾੜ ਸਾਹਿਬ ਕਿ ਮਾਨ ਸਾਹਿਬ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਕਾਨੂੰਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਾ ਕੀਤਾ ਪਿਛਲੇ 7 ਮਹੀਨੇ ਤੇ ਨਾ ਕਰਨਾ ਹੈ, ਨਾ ਕਿਸੇ ਨੂੰ ਅਸੀਂ ਇਹੋ ਜਿਹੀ ਇਜਾਜ਼ਤ ਦੇਣੀ ਆ। ਆਪਾਂ ਸਾਰੇ ਜਾਣਦੇ ਹਾਂ ਵੀ ਕਿਸ ਤਰੀਕੇ ਨਾਲ ਕ੍ਰਾਈਮ ਨੂੰ ਇੱਥੇ ਵਧਾਇਆ ਗਿਆ, ਅੱਗੇ ਕੀਤਾ ਗਿਆ, ਪੈਟਰੋਨੇਜ ਕੀਤਾ ਗਿਆ, ਇਹ ਤੇ ਸਾਰੀਆਂ ਚੀਜ਼ਾਂ ਸਾਹਮਣੇ ਹੀ ਆ। ਪੋਲੀਟੀਕਲ ਸ਼ੈਲਟਰ ਮਿਲਦਾ ਰਿਹਾ ਹੈ। ਸੋ ਸਾਡਾ ਤੇ ਬਿਲਕੁਲ ਸਪਸ਼ਟ ਏਜੰਡਾ ਹੈ ਪੰਜਾਬ ਦੀ ਧਰਤੀ ਤੇ ਭਾਈਚਾਰਾ, ਲਾਅ ਐਂਡ ਆਰਡਰ, ਇਹ ਕਿਸੇ ਤਰ੍ਹਾਂ ਦਾ ਉੱਤੇ ਸਰਕਾਰ ਕੰਪਰੋਮਾਈਜ਼ ਨਹੀਂ ਕਰੂਗੀ ਔਰ ਭਾਈਚਾਰਾ ਬਣਾ ਕੇ ਰੱਖਣਾ ਹੈ। ਔਰ ਜੋ ਵੀ ਕਾਨੂੰਨ ਨੂੰ ਆਪਣੇ ਹੱਥ 'ਚ ਲਊਗਾ, ਕਾਨੂੰਨ ਦੇ ਹਿਸਾਬ ਨਾਲ ਸਖਤ ਕਾਰਵਾਈ ਉਹਦੇ ਖਿਲਾਫ ਹੋਊਗੀ। ਤੁਸੀਂ ਕੰਗ ਸਾਹਿਬ ਇਹ ਸਮਝਦੇ ਹੋ ਵੀ ਇਸ ਵੇਲੇ ਗੈਂਗਸਟਰਿਜ਼ਮ ਜਾਂ ਇਸ ਤਰੀਕੇ ਦਾ
ਹਰ ਬੰਦਾ ਪਿਸਤੌਲ, ਪਿਛਲੇ ਦਿਨੀ ਕੁਝ ਜਿਹੜੇ ਪੁਲਿਸ ਦੇ ਅਧਿਕਾਰੀ ਨੇ, ਸੀਨੀਅਰ ਪੁਲਿਸ ਅਧਿਕਾਰੀ, ਸਾਡੀ ਆਫ ਦਾ ਰਿਕਾਰਡ ਵੀ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਤਾਂ ਉਹ ਕਹਿੰਦੇ ਪਤਾ ਹੀ ਨਹੀਂ ਲੱਗਦਾ ਕਿਹੜਾ ਬੰਦਾ ਪਿਸਤੌਲ ਕੱਢ ਕੇ ਖੜਾ ਹੋ ਜਾਂਦਾ, ਪਤਾ ਨਹੀਂ ਲੱਗਦਾ ਕਿਹੜਾ ਬੰਦਾ ਗੋਲੀ ਚਲਾ ਦਿੰਦਾ। ਸੋ ਇਸ ਨੂੰ ਇੱਕ ਵੱਡਾ ਚੈਲੰਜ ਮੰਨਦੇ ਹੋ ਕਿ ਸਰਕਾਰ ਨੂੰ ਹੁਣ ਪਿਓਰਿਟੀ ਦੇ ਬੇਸ ਤੇ ਜਦੋਂ ਇਹੋ ਜਿਹੀਆਂ ਘਟਨਾਵਾਂ ਹੋਣ ਲੱਗ ਪੈਣ, ਚਾਹੇ ਇੰਟਰਨਲ ਫਾਈਟ ਹੈ, ਮੈਂ ਨਹੀਂ ਕਹਿੰਦਾ ਕਿ ਕੋਈ ਕਮਿਊਨਲ ਕਲੈਸ਼ ਹੀ ਹੈ, ਕੋਈ ਇੰਟਰਨਲ ਫਾਈਟ ਹੈ, ਦੋ ਧਿਰਾਂ ਦੀ ਲੜਾਈ ਹੈ, ਪਰ ਪਿਸਤੌਲ ਤੇ ਬੰਦੇ ਨੇ ਕੱਢਿਆ, ਗੋਲੀ ਤੇ ਬੰਦੇ ਨੇ ਮਾਰੀ, ਇਹ ਤੇ ਚੈਲੰਜ ਹੈਗਾ ਹੀ ਹੈਗਾ, ਇਹ ਤੇ ਆਪਾਂ ਮੰਨਦੇ ਹਾਂ। ਮੈਂ ਤੁਹਾਨੂੰ ਦੱਸਾਂ, ਪਿਸਤੌਲ ਕਲਚਰ, ਗੋਲੀ ਕਲਚਰ, ਇਹ ਤੇ ਰੋਜ਼ ਫੜੇ ਜਾ ਰਹੇ ਹੁਣ ਜੀ। ਪਹਿਲਾਂ ਤੇ ਕੀ ਸੀ ਵੀ ਰਾਜਨੀਤਿਕ ਤਾਕਤਾਂ ਇਸ ਚੀਜ਼ ਨੂੰ ਪ੍ਰੋਤਸਾਹਨ ਦਿੰਦੀਆਂ ਸੀ, ਅੱਗੇ ਵਧਾਉਂਦੀਆਂ ਸੀ, ਔਰ ਪਾਵਰ ਦਾ ਮਿਸਯੂਜ਼ ਕੀਤਾ ਜਾਂਦਾ ਸੀ। ਕਈ ਉਦਾਹਰਣ ਹੈ, ਮੈਂ ਉਸ ਲੰਬੀ ਡਿਬੇਟ 'ਚ ਨਾ ਹੀ ਜਾਵਾਂ। ਜੀ 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 ਅਸੀਂ ਤੇ ਉਸ ਚੀਜ਼ ਤੇ ਲਗਾਮ ਲਾ ਰਹੇ ਹਾਂ, ਔਰ ਰੋਜ਼ਾਨਾ ਤੁਸੀਂ ਦੇਖ ਰਹੇ ਅੱਜ ਵੀ ਮੁਹਾਲੀ ਤੇ ਸਾਡੇ ਐਸਐਸਪੀ ਸਾਹਿਬ ਨੇ ਵੀ ਅੱਜ ਸਵੇਰੇ ਪ੍ਰੈਸ ਕਾਨਫਰੰਸ ਕੀਤੀ ਆ। ਰੋਜ਼ਾਨਾ ਲਗਾਮ ਲਗਾਈ ਜਾ ਰਹੀ, ਫੜੇ ਜਾ ਰਹੇ ਲੋਕ, ਜੇਲ੍ਹਾਂ 'ਚ ਜਾ ਰਹੇ ਆ, ਔਰ ਕਾਨੂੰਨ ਆਪਣੇ ਬੜੀ ਸਖਤੀ ਨਾਲ, ਈਵਨ ਡਾਇਰੈਕਟਰ ਜਨਰਲ ਆਫ ਪੁਲਿਸ ਤੇ ਨਾਕਿਆਂ ਤੇ ਜਾ ਕੇ ਪੰਜਾਬ 'ਚ ਖੜੇ ਹੋ ਰਹੇ। ਪਹਿਲਾਂ ਤੇ ਕਦੀ ਸੁਣਿਆ ਨਹੀਂ ਸੀ, ਡੀਜੀਪੀ ਸਾਹਿਬ ਚੰਡੀਗੜ੍ਹ ਤੋਂ ਬਾਹਰ ਜਾਂਦੇ ਸੀ। ਸੋ ਉਹਦੇ ਮਸਲੇ ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਲਿਹਾਜ਼ ਨਹੀਂ ਮਾਨ ਸਾਹਿਬ ਦੀ ਸਰਕਾਰ ਨੇ ਕਰਨਾ, ਤੇ ਨਾ ਅਸੀਂ ਕੀਤਾ ਹੈ। ਔਰ ਹਾਂ, ਇਹ ਜ਼ਰੂਰ ਹੈ ਜਿਹੜੀ ਇੱਕ ਸਿਰਦਰਦੀ ਜਾਂ ਜਿਹਨੂੰ ਕਹਿ ਲਓ ਵੀ ਇਹ ਕ੍ਰਾਈਮ ਪਿਛਲੇ ਸਾਲਾਂ 'ਚ ਵਧਿਆ, ਉਹਨੂੰ ਕਾਫੀ ਹੱਦ ਤੱਕ ਕਾਬੂ ਕਰ ਲਿਆ, ਔਰ ਆਉਣ ਵਾਲੇ ਟਾਈਮ 'ਚ ਬਿਲਕੁਲ ਜਿਹੜਾ ਪੰਜਾਬ ਤੋਂ ਖਤਮ ਕਰਾਂਗੇ। ਠੀਕ ਹੈ ਕੰਗ ਸਾਹਿਬ, ਧੰਨਵਾਦ ਸਾਡੇ ਨਾਲ ਜੁੜਨ ਲਈ, ਗੱਲਬਾਤ ਕਰਨ ਲਈ। ਤਾਂ ਸਰਕਾਰ ਦਾ ਪੱਖ ਰੱਖ ਰਹੇ ਸੀ, ਇਸ ਵੇਲੇ ਐਡਮਿਨਿਸਟ੍ਰੇਸ਼ਨ ਕਿਸ ਤਰੀਕੇ ਦੀ ਕਾਰਵਾਈ ਕਰ ਰਿਹਾ। ਬਲਵਿੰਦਰ ਕੰਗ ਚੀਫ ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਦੇ, ਪਰ ਸਵਾਲ ਜਿਵੇਂ ਅਸੀਂ ਕਿਹਾ ਕਿ ਲਾਅ ਐਂਡ ਆਰਡਰ ਤੇ ਲਗਾਤਾਰ ਉੱਠਦੇ ਨੇ। ਸਰਕਾਰ ਬੇਸ਼ੱਕ ਇਹ ਕਵੇ ਕਿ ਸਾਡੇ ਲਈ ਚੁਣੌਤੀ ਹੈ, ਅਸੀਂ ਇਸ ਨੂੰ ਕੋਸ਼ਿਸ਼ ਕਰ ਰਹੇ ਹਾਂ ਕਵਰ ਅਪ ਕਰਨ ਦੀ, ਔਰ ਛੇਤੀ ਹੀ ਇਸ ਚੀਜ਼ ਤੋਂ ਮੁਕਤ ਪੰਜਾਬ ਨੂੰ ਕਰਾਇਆ ਜਾਏਗਾ, ਪਰ ਇਹ ਸੱਚਾਈ ਹੈ ਕਿ ਅੱਜ ਪੰਜਾਬ ਦੇ ਵਿੱਚ ਤਕਰੀਬਨ ਜਿਹੜੇ ਇਹੋ ਜਿਹੇ ਲੋਕ ਨੇ, ਚਾਹੇ ਕਿਸੇ ਵੀ ਘਟਨਾ ਨੂੰ ਅੰਜਾਮ ਦੇਣ, ਹਥਿਆਰ ਜਿਹੜਾ ਹੈ ਨਾਲ ਲੈ ਕੇ, ਪਿਸਤੌਲ, ਜਿਹੜੇ ਇਲੀਗਲ ਵੈਪਨਸ ਜਿਹੜੇ ਬਾਹਰੋਂ ਆ ਰਹੇ ਨੇ, ਉਹਦਾ ਇੱਕ ਵੱਡੇ ਪੱਧਰ ਤੇ ਜਿਹੜਾ ਹੈ ਇਹ ਪੂਰੀ ਕਵਾਇਦ ਜਿਹੜੀ ਹੈ ਉਹ ਚੱਲ ਰਹੀ ਹੈ। ਔਰ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਨੇ ਬਹੁਤ ਵੱਡੇ ਪੱਧਰ ਤੇ ਰਿਕਵਰੀਜ਼ ਵੀ ਕੀਤੀਆਂ ਨੇ। ਸ਼ਾਇਦ ਹੀ ਪਿਛਲੇ ਦਿਨਾਂ ਦੇ ਵਿੱਚ ਕੋਈ ਐਸਾ ਦਿਨ ਜਾਂਦਾ ਹੋਵੇ ਜਦੋਂ ਪੁਲਿਸ ਨੇ ਕਿਸੇ ਗੈਂਗਸਟਰ ਨੂੰ ਫੜਿਆ ਨਹੀਂ ਤੇ ਉਹਨਾਂ ਕੋਲੋਂ ਵੱਡੀ ਮਾਤਰਾ ਦੇ ਵਿੱਚ ਹਥਿਆਰ ਬਰਾਮਦ ਨਹੀਂ ਹੋਏ, ਰਿਕਵਰੀ ਨਹੀਂ ਹੋਈ। ਪਰ ਜਦੋਂ ਵਾਰਦਾਤਾਂ ਹੁੰਦੀਆਂ ਨੇ, ਖਾਸ ਕਰਕੇ ਜਦੋਂ ਐਡੀ ਕੋਈ ਵਾਰਦਾਤ ਹੋ ਜਾਂਦੀ ਹੈ, ਕਿਸੇ ਵੱਡੇ ਆਗੂ ਦਾ ਕਤਲ ਕਰ ਦਿੱਤਾ ਜਾਂਦਾ ਹੈ, ਸਰੇਆਮ ਸਰੇ ਬਾਜ਼ਾਰ ਦਿਨ ਦਿਹਾੜੇ ਗੋਲੀਆਂ ਮਾਰ ਕੇ, ਬੇਸ਼ੱਕ ਇਸ ਨੂੰ ਇੱਕ ਆਪਸੀ ਰੰਜਿਸ਼ ਦੀ ਜਿਹੜੀ ਘਟਨਾ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਦੋ ਧਿਰਾਂ ਸੀ, ਇੱਕ ਮੰਦਿਰ ਦੇ ਪ੍ਰਬੰਧ ਨੂੰ ਲੈ ਕੇ ਦੋਨਾਂ ਧਿਰਾਂ 'ਚ ਲੜਾਈ ਸੀ। ਇੱਕ ਧਿਰ ਧਰਨੇ ਤੇ ਬੈਠ ਗਈ ਤੇ ਦੂਜੀ ਧਿਰ ਦੇ ਬੰਦੇ ਆਏ ਤੇ ਉਹਨਾਂ ਨੇ ਗੋਲੀ ਚਲਾਤੀ ਤੇ ਉਸ ਦੇ ਵਿੱਚ ਹਿੰਦੂ ਆਗੂ ਸੁਧੀਰ ਸੂਰੀ ਦੀ ਮੌਤ ਹੋ ਗਈ, ਸ਼ਿਵ ਸੈਨਾ ਦੇ ਆਗੂ ਦੀ। ਪਰ ਕਿਤੇ ਨਾ ਕਿਤੇ ਇਹ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬੰਦੇ ਫੜੇ ਗਏ ਨੇ, ਜਿਹੜੇ ਗੈਂਗਸਟਰ ਫੜੇ ਗਏ ਨੇ, ਉਹਨਾਂ ਵੱਲੋਂ ਜੋ ਖੁਲਾਸੇ ਕੀਤੇ ਗਏ ਨੇ ਔਰ ਉਹਨਾਂ ਨੇ ਜੋ ਜ਼ਿਕਰ ਕੀਤਾ ਕਿ ਸਾਡੇ ਟਾਰਗੇਟ ਤੇ ਕੌਣ-ਕੌਣ ਨੇ, ਸੋ ਇਹ ਚੀਜ਼ ਇਸ਼ਾਰਾ ਕਰਦੀ ਹੈ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਖਤਰਨਾਕ ਪੱਧਰ ਤੇ ਪਹੁੰਚ ਚੁੱਕੀ ਹੈ। ਔਰ ਇਸ ਨੂੰ ਜੇਕਰ ਛੇਤੀ ਕੀਤੇ ਇਸ ਤੇ ਕਾਬੂ ਨਾ ਪਾਇਆ ਗਿਆ ਜਾਂ ਇਸ ਨੂੰ ਹੱਲ ਨਾ ਕੀਤਾ ਗਿਆ ਤਾਂ ਇਸ ਤੇ ਨਤੀਜੇ ਜਿਹੜੇ ਆ ਅਗਲੇ ਦਿਨਾਂ ਦੇ ਵਿੱਚ ਹੋਰ ਵੀ ਖਤਰਨਾਕ ਹੋ ਸਕਦੇ ਆ। ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਅੰਮ੍ਰਿਤਸਰ ਤੋਂ ਦਿਖਾ ਰਹੇ ਹਾਂ, ਉਹ ਤਸਵੀਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਮੌਕੇ ਤੇ ਗੋਲੀ ਵੱਜੀ ਸੁਧੀਰ ਸੂਰੀ ਦੇ, ਔਰ ਦੋ ਗੋਲੀਆਂ ਵੱਜੀਆਂ ਔਰ ਉਸ ਤੋਂ ਬਾਅਦ ਸੁਧੀਰ ਸੂਰੀ ਦੀ ਮੌਤ ਹੋ ਗਈ। ਔਰ ਦੂਸਰੀ ਵਿੰਡੋ ਦੇ ਵਿੱਚ ਜਿਹੜਾ ਨੀਲੀ ਸ਼ਰਟ ਦੇ ਵਿੱਚ ਜਿਹੜਾ ਉਹ ਨੌਜਵਾਨ ਹੈ ਜਿਸ ਵੱਲੋਂ ਗੋਲੀ ਚਲਾਈ ਗਈ, ਉਸ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ। ਵੱਖ-ਵੱਖ ਪ੍ਰਤੀਕਰਮ ਸਾਡੇ ਕੋਲੇ ਆਉਣੇ ਸ਼ੁਰੂ ਹੋ ਗਏ ਨੇ ਸਿਆਸੀ ਆਗੂਆਂ ਦੇ। ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਕਿ ਪੰਜਾਬ ਦੀਆਂ ਵੱਖ-ਵੱਖ ਸਿਆਸੀ ਧਿਰਾਂ ਇਸ ਘਟਨਾਕ੍ਰਮ ਨੂੰ ਕਿਵੇਂ ਦੇਖ ਰਹੀਆਂ ਨੇ। ਇਹ ਸੂਰੀ ਸਾਹਿਬ ਸੀਗੇ, ਬੜੇ ਵਿਵਾਦਾਂ ਦੇ ਵਿੱਚ ਇਹਨਾਂ ਦਾ ਜਿਹੜਾ ਪਿਛੋਕੜ ਰਿਹਾ ਹੈ, ਵੱਖਰੇ ਖਿੱਤੇ ਦੇ ਬੜੇ ਚੁਭਵੇਂ ਤੇ ਬੜੇ ਖਿਲਾਫ ਬਿਆਨ ਦੇਣੇ, ਇਹ ਇਹਨਾਂ ਦਾ ਅਕਸਰ ਵਰਤਾਰਾ ਰਿਹਾ ਹੈ। ਪਰ ਪੰਜਾਬ ਦੀ ਧਰਤੀ ਇਹ ਕਦੇ ਬਰਦਾਸ਼ਤ ਨਹੀਂ ਕਰੂਗੀ ਕਿ ਕਿਸੇ ਦਾ ਮਰਡਰ ਤੱਕ ਗੱਲ ਪਹੁੰਚ ਜੇ। ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੀ ਫਿਕਰਮੰਦੀ, ਮੌਜੂਦਾ ਸਰਕਾਰ ਦੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ ਨਾ ਕਰਨਾ, ਇਹ ਪਹਿਲਾਂ ਹੀ ਫਿਕਰਮੰਦੀ ਵਾਲੀ ਗੱਲ ਦਿਸ ਰਹੀ ਸੀ। ਔਰ ਬਾਰ-ਬਾਰ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਆਗਰਾ ਕਰਦੇ ਸੀ ਕਿ ਜਿਵੇਂ ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਲਾ ਕੇ ਉਸ ਤੋਂ ਬਾਅਦ ਕਿੰਨੇ ਮਰਡਰ, ਕਿੰਨੇ ਡਕੈਤੀਆਂ, ਕਿੰਨਾ ਪੰਜਾਬ ਦਾ ਜਿਹੜਾ ਮਾਹੌਲ ਹੈ ਇੱਕ ਡਰ ਤੇ ਸਹਿਮ ਵਾਲਾ ਬਣਿਆ ਪਿਆ। ਅੱਜ ਉਸੇ ਦਾ ਹੀ ਮੈਂ ਸਮਝਦਾ ਨਤੀਜਾ ਇਹ ਜਿਹੜਾ ਸਾਹਮਣੇ ਆਇਆ। ਇਸ ਕਰਕੇ ਪੰਜਾਬ ਸਰਕਾਰ ਨੂੰ, ਪੰਜਾਬ ਦੇ ਮੁੱਖ ਮੰਤਰੀ ਨੂੰ, ਡੀਜੀਪੀ ਨੂੰ ਇਸ ਗੱਲ ਦੇ ਵਿੱਚ ਸਤਰਕ ਹੋਣਾ ਚਾਹੀਦਾ ਹੈ। ਪੰਜਾਬ ਦੇ ਵਿੱਚ ਭਾਈਚਾਰਾ ਕਿਸੇ ਕੀਮਤ ਤੇ ਟੁੱਟਣਾ ਨਹੀਂ ਚਾਹੀਦਾਗਾ। ਇਸ ਕਰਕੇ ਇਸ ਦੀ ਜ਼ਿੰਮੇਵਾਰੀ ਡੀਜੀਪੀ ਤੇ ਪੰਜਾਬ ਸਰਕਾਰ ਦੀ ਹੈ। ਬਈ ਮੈਂ ਮਹਿਸੂਸ ਕਰਦਾ ਹਾਂ
ਕਿ ਭਗਵੰਤ ਮਾਨ ਦੀ ਸਰਕਾਰ ਨਾਕਾਮਯਾਬ ਫੇਲ ਹੈ, ਨਖਿੱਧ ਹੈ ਔਰ ਪੰਜਾਬ ਪੂਰੀ ਤਰ੍ਹਾਂ ਦੇ ਨਾਲ ਗੈਂਗਸਟਰਵਾਦ ਚ ਡੁੱਬਿਆ ਪਿਆ ਹੈ। ਕਤਲੋ ਗਰਦ ਹੋ ਰਹੀ ਹੈ, ਲੁੱਟਾਂ ਖੋਹਾਂ ਹੋ ਰਹੀਆਂ ਔਰ ਇਹ ਅੱਜ ਸੂਰੀ ਦੇ ਉੱਪਰ ਜਿਹੜਾ ਹਮਲਾ ਹੋਇਆ ਇਹ ਗੱਲ ਦਰਸਾਉਂਦਾ ਹੈ ਕਿ ਇੱਕ ਪਾਸੇ ਪੰਜਾਬ ਅੱਗ ਦੀ ਲਪੇਟ 'ਚ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੀਰੋ, ਮੈਂ ਰੋਜ਼ ਹੀ ਕਹਿੰਦਾ ਕਿ ਗੁਜਰਾਤ 'ਚ ਜਾ ਕੇ ਬੰਸਰੀ ਵਜਾਉਂਦਾ ਫਿਰਦਾ ਔਰ ਉਹਨੂੰ